स्वागत। देख रहे हो प्रोग्राम गल्लां ते गीत। सारे दर्शकों ਨੂੰ जी आया जी। मैं हाँ वरुण कौर मान। गल्लां ते गीत प्रोग्राम ਦੇ ਵਿੱਚ ਅੱਜ जिस विषय ਦੇ ਉੱਤੇ ਗੱਲਬਾਤ ਹੋਣੀ ਹੈ ਉਹ ਵਿਸ਼ਾ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗੀ, ਪਰ ਪਹਿਲਾਂ ਨਾ ਇੱਕ ਝਲਕ ਤੁਹਾਨੂੰ ਦਿਖਾਉਣੀ ਹੈ, ਉਹ ਦੇਖੋ ਤੁਸੀਂ, ਫਿਰ ਆਪਾਂ ਆਉਣੇ ਆ ਵਾਪਸ ਸਟੂਡੀਓ। माँ हुंदी ए माँ दुनिया वालियो, माँ वर्गा कणशामा बूटा किते नजरी ना आवे, लैके जिस तो छां उधारी रब ने स्वर्ग बनाई। सही गल है, माँ सब तो प्यारा रिश्ता है दुनिया का। कहते ने कि एक बारी ना एक महाराणी हुंदी है, बहुत वड्डे राज घराणे दी महाराणी, ते एक नौकरानी हुंदी है। ते महाराणी नूं बड़ा वो हुंदा है कि मैं बहुत सोहनी हाँ, मैं खूबसूरत हाँ, सारे राज दे विच चर्चे ने मेरे कि तू तां किन्नी सोहनी है। ते फिर ਉਹਨਾਂ ਸਾਰੇ ਬੱਚੇ ਖੇਡ ਰਹੇ ਹੁੰਦੇ ਨੇ, ਨੌਕਰਾਣੀ ਲੈ ਕੇ ਜਾਂਦੀ ਹੈ ਉੱਥੇ, ਕਹਿੰਦੀ ਦੇਖ ਬੱਚਿਆਂ ਨੂੰ ਪੁੱਛਦੇ ਅੱਜ ਕਿ ਤੂੰ ਸੋਹਣੀ ਹੈ ਕਿ ਮੈਂ ਸੋਹਣੀ ਹੈ। ਸਾਰੇ ਬੱਚੇ ਕਹਿੰਦੇ ਮਹਾਰਾਣੀ ਸੋਹਣੀ, ਮਹਾਰਾਣੀ ਸੋਹਣੀ। ਇੱਕ ਬੱਚਾ ਆਉਂਦਾ ਭੱਜਿਆ ਭੱਜਿਆ ਨੌਕਰਾਣੀ ਨੂੰ ਕੁੱਟ ਕੇ ਜੱਫੀ ਪਾ ਲੈਂਦਾ, ਕਹਿੰਦਾ ਮੈਨੂੰ ਤਾਂ ਇਹ ਸੋਹਣੀ ਲੱਗੀ ਹੈ, ਮੇਰੀ ਮਾਂ ਤਾਂ ਇਹ ਹੈ। ਦੁਨੀਆ ਤੇ ਜਿੰਨਾ ਮਰਜ਼ੀ ਕੋਈ ਖੂਬਸੂਰਤ ਹੋਵੇ, ਜਿੰਨਾ ਮਰਜ਼ੀ ਕੁਝ ਲੱਗਾ ਹੋਵੇ, ਆਪਣੀ ਮਾਂ ਤੋਂ ਵੱਧ ਪਿਆਰਾ ਕੋਈ ਨਹੀਂ ਲੱਗਦਾ। ਬਸ ਆਹੀ ਸਾਡਾ ਅੱਜ ਦਾ ਟੌਪਿਕ ਹੈ ਕਿ ਜੀਵਨ ਦੇ ਵਿੱਚ ਮਾਂ ਦਾ ਮਹੱਤਵ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਡਾਕਟਰ ਊਸ਼ਾ ਕਪੂਰ, ਜੋ ਕਿ ਰਿਟਾਇਰਡ ਪ੍ਰਿੰਸੀਪਲ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਜਲੰਧਰ ਤੋਂ। ਬਹੁਤ ਬਹੁਤ ਜੀ ਆਇਆਂ ਜੀ। ਥੈਂਕ ਯੂ। ਮਾਂ ਦੇ ਉੱਤੇ ਗੱਲਬਾਤ ਸ਼ੁਰੂ ਹੋਈ ਹੈ ਤੇ ਮਹੱਤਵ ਦੀ ਗੱਲ ਸ਼ੁਰੂ ਹੋਈ ਹੈ। ਨਿੱਕੇ ਹੁੰਦਿਆਂ ਤੋਂ ਅਖੀਰ ਤੱਕ ਹਰੇਕ ਬੰਦਾ ਇਹ ਕਹਿੰਦਾ ਹੈ ਕਿ ਮਾਂ ਦੀ ਜਗ੍ਹਾ ਨਹੀਂ ਕੋਈ ਲੈ ਸਕਦਾ, ਮਾਂ ਦਾ ਬਹੁਤ ਖਾਸ ਮਹੱਤਵ ਆ, ਮਾਂ ਵਰਗਾ ਰਿਸ਼ਤਾ ਹੀ ਹੈ ਨਹੀਂ ਕੋਈ। ਤੇ ਜਦੋਂ ਅਸੀਂ ਮਾਂ ਦੇ ਮਹੱਤਵ ਨੂੰ ਵਿਸਥਾਰ ਦੇ ਵਿੱਚ ਜਾਣਨਾ ਹੋਵੇ, ਕੀ ਕਹੋਗੇ? ਵਰੁਣ ਜੀ, ਮਨੁੱਖੀ ਜੀਵਨ ਜੀਂਦੇ ਹੋਏ ਅਸੀਂ ਰਿਸ਼ਤੇ ਤਾਂ ਬਹੁਤ ਨਿਭਾਉਂਦੇ ਆ, ਪਰ ਮਾਂ ਜਿਹਾ ਰਿਸ਼ਤਾ ਹੋਰ ਕੋਈ ਨਹੀਂ ਜੀ। ਕਿਉਂਕਿ ਮਾਂ ਕੇਵਲ ਜਨਮ ਹੀ ਨਹੀਂ ਦਿੰਦੀ, ਬਲਕਿ ਸਾਨੂੰ ਪਾਲਦੀ ਹੈ, ਸਾਨੂੰ ਜੀਵਨ ਜੀਣ ਦੀ ਜਾਚ ਸਿਖਾਉਂਦੀ ਹੈ। ਤਾਈਓ ਤਾਂ ਉਪਨਿਸ਼ਦ 'ਚ ਲਿਖਿਆ ਹੈ ਮਾਤਰੀ ਦੇਵੋ ਭਵਾ, ਮਾਂ ਦੇਵਤਾ ਸਮਾਨ ਹੈ, ਈਸ਼ਵਰ ਦਾ ਰੂਪ ਹੈ। ਔਰ ਇਹ ਸਨਮਾਨ, ਇਹ ਇੱਜ਼ਤ ਮਾਂ ਦੀ ਕੇਵਲ ਭਾਰਤੀ ਸਮਾਜ 'ਚ ਨਹੀਂ, ਜੇ ਤੁਸੀਂ ਯੂਰਪ ਵੱਲ ਦੇਖੋ, ਪੂਰੇ ਏਸ਼ੀਆ 'ਚ ਦੇਖੋ, ਤੇ ਮਾਂ ਦਾ ਸਨਮਾਨ ਹਰ ਸਮਾਜ ਦੇ ਵਿੱਚ ਹੈ। ਔਰ ਹਰ ਸਮਾਜ ਦੇ ਵਿੱਚ ਮਾਂ ਨੂੰ ਸਨਮਾਨ ਦੇਣ ਦੇ ਲਈ ਇੱਕ ਵੱਖਰਾ ਡੇ ਵੀ ਤਾਂ ਨਿਸ਼ਚਿਤ ਕੀਤਾ, ਜਿਹਨੂੰ ਆਪਾਂ ਕਹਿੰਦੇ ਮਦਰਸ ਡੇ ਜੀ ਹੈ। ਔਰ ਇਹ ਦਿਨ ਜਿਹੜਾ ਹੈ ਇੰਗਲੈਂਡ ਦੇ ਵਿੱਚ ਮਾਰਚ ਦਾ ਚੌਥਾ ਇਤਵਾਰ ਹੈ, ਗ੍ਰੀਸ ਵੇਖੀਏ ਤਾਂ 2 ਫਰਵਰੀ ਨੂੰ ਹੈ, ਔਰ ਜੇ ਨਾਰਵੇ ਵੱਲ ਝਾਤ ਮਾਰੀਏ ਤਾਂ ਉੱਥੇ ਫਰਵਰੀ ਦਾ ਦੂਜਾ ਇਤਵਾਰ ਹੈ। ਪਰ ਦੁਨੀਆ ਦੇ 40 ਤੋਂ ਜ਼ਿਆਦਾ ਦੇਸ਼, ਜਿਨ੍ਹਾਂ ਵਿੱਚ ਆਸਟਰੀਆ, ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਸਵਿਟਜ਼ਰਲੈਂਡ, USA, ਇਟਲੀ, ਭਾਰਤ, ਸਾਰਿਆਂ ਦੇ ਵਿੱਚ ਮਈ ਦਾ ਦੂਜਾ ਇਤਵਾਰ ਵੂਮਨ ਡੇ ਦੇ ਰੂਪ 'ਚ ਮਨਾਇਆ ਜਾਂਦਾ, ਜਿਹੜਾ ਹੁਣ 2021 ਦੇ ਵਿੱਚ 9 ਮਈ ਨੂੰ ਵੂਮਨ ਡੇ ਹੋਣਾ ਹੈ। ਔਰ ਇਸੇ ਕਰਕੇ ਅੱਜ ਆਪਾਂ ਚਰਚਾ ਕਰ ਰਹੇ ਹਾਂ ਮਾਂ ਦੇ ਮਹੱਤਵ ਤੇ। ਔਰ ਮਾਂ ਭਾਰਤ ਦੇ ਵਿੱਚ ਤਾਂ ਤੁਹਾਨੂੰ ਪਤਾ ਹੈ, ਅਸੀਂ ਉਸ ਨੂੰ ਬ੍ਰਹਮਾ, ਵਿਸ਼ਨੂੰ, ਮਹੇਸ਼, ਤਿੰਨਾਂ ਨੂੰ ਅਸੀਂ ਇਹ ਸਮਝਦੇ ਹਾਂ ਕਿ ਮਾਂ ਦੇ ਵਿੱਚ ਹੀ ਹੈ, ਕਿਉਂਕਿ ਉਹ ਬ੍ਰਹਮਾ ਦੇ ਰੂਪ ਦੇ ਵਿੱਚ ਜਨਨੀ ਹੈ, ਜਨਮ ਦੇਣ ਵਾਲੀ ਹੈ। ਔਰ ਜੇ ਵਿਸ਼ਨੂੰ ਦੇ ਰੂਪ ਦੇ ਵਿੱਚ ਪਾਲਣਹਾਰ ਹੈ, ਸਾਡੀ ਹਰ ਤਰ੍ਹਾਂ ਦੇ ਨਾਲ ਸਾਨੂੰ ਵੱਡਿਆਂ ਕਰਦੀ, ਸਾਨੂੰ ਪਾਲਦੀ, ਸਿੱਖਿਆ ਦਿੰਦੀ। ਔਰ ਇਸੇ ਤਰ੍ਹਾਂ ਮਹੇਸ਼ ਦੇ ਰੂਪ 'ਚ ਕਲਿਆਣਕਾਰੀ ਹੈ, ਹਰ ਵੇਲੇ ਬੱਚਿਆਂ ਦੀ ਸੁੱਖ ਮੰਗਦੀ, ਬੱਚਿਆਂ ਦੀ ਉੱਨਤੀ ਮੰਗਦੀ, ਬੱਚਿਆਂ ਨੂੰ ਹਰ ਵੇਲੇ ਉਤਸ਼ਾਹ ਦਿੰਦੀ। ਸੋ ਮਾਂ ਦੇ ਬਗੈਰ ਮੈਂ ਸਮਝਦੀ ਹਾਂ ਮੇਰਾ ਜੀਵਨ ਨਹੀਂ, ਧਰਤੀ ਤੇ ਮੈਨੂੰ ਲਿਆਉਣ ਵਾਲੀ ਮੇਰੀ ਮਾਂ ਹੈ।
ਔਰ ਅਮਰੀਕਾ ਵਿੱਚ ਵੀ ਤਾਂ ਇੱਥੋਂ ਹੀ ਸ਼ੁਰੂਆਤ ਹੋਈ ਸੀਗੀ। ਜੀ। ਜਿਹੜੀ ਉਹ ਅੰਨਾ ਟਾਰਵਿਸ ਹੈ ਲੇਡੀ, ਉਹਨੇ 1907 ਦੇ ਵਿੱਚ ਆਪਣੀ ਮਾਂ ਵਾਸਤੇ ਇੱਕ ਸਮਾਲ ਮੈਮੋਰੀਅਲ ਸਰਵਿਸ ਫॉर ਮਦਰ ਜੀ ਮਨਾਇਆ, ਜਿੱਥੋਂ ਇਹ ਗੱਲ ਤੁਰ ਪਈ ਕਿ ਮਾਂ ਦਾ ਵੀ ਦਿਨ ਹੋਣਾ ਚਾਹੀਦਾ ਹੈ। ਔਰ ਫਿਰ ਉਹਦੇ ਬਾਅਦ 1914 ਦੇ ਵਿੱਚ ਉੱਥੇ ਦੇ ਪ੍ਰੈਜ਼ੀਡੈਂਟ ਵੁਡਰੋ ਵਿਲਸਨ ਜੀ ਨੇ ਇਸ ਨੂੰ ਮਦਰ ਡੇ ਦੇ ਰੂਪ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਰ ਮਈ ਦਾ, ਮਤਲਬ ਹਰ ਸਾਲ ਮਈ ਦਾ ਦੂਜਾ ਇਤਵਾਰ ਜਿਹੜਾ ਹੈ ਉਹਨੂੰ ਮਦਰ ਡੇ ਦੇ ਰੂਪ 'ਚ ਮਨਾਇਆ ਜਾਏਗਾ। ਔਰ ਨੈਚੁਰਲੀ ਫਿਰ ਉਹਨੂੰ ਇੱਕ ਆਫੀਸ਼ੀਅਲੀ ਉਹਨਾਂ ਨੇ ਛੁੱਟੀ ਦੇ ਰੂਪ 'ਚ ਵੀ ਘੋਸ਼ਿਤ ਕਰ ਦਿੱਤਾ। ਸੋ ਦੁਨੀਆ ਦੇ ਵਿੱਚ ਇੱਕ ਦਿਨ ਮਾਂ ਦਾ ਦਿਨ, ਯਾਨੀ ਕਿ ਉਸ ਦਿਨ ਅਸੀਂ ਮਾਂ ਨੂੰ ਨਮਨ ਕਰਦੇ ਹਾਂ, ਨਮਸਕਾਰ ਕਰਦੇ ਹਾਂ, ਥੈਂਕਸ ਕਹਿੰਦੇ ਹਾਂ, ਤਾਂ ਕਿ ਅਸੀਂ ਆਪਣਾ ਜਿਹੜਾ ਮਨ ਦੀਆਂ ਫੀਲਿੰਗਸ ਹੈ ਮਾਂ ਦੇ ਪ੍ਰਤੀ ਜ਼ਾਹਿਰ ਕਰ ਸਕੀਏ। ਜੀ ਬਿਲਕੁਲ, ਇੱਕ ਖਾਸ ਦਿਨ ਮਾਂ ਦੇ ਨਾਮ ਆਪਾਂ ਕਰਦੇ ਹਾਂ, ਜੋ ਕਿ ਹੁਣ ਆਉਣ ਵਾਲੀ 9 ਮਈ ਨੂੰ ਆਪਾਂ ਕਰਾਂਗੇ। ਵੈਸੇ ਤਾਂ ਹਰੇਕ ਦਿਨ ਹੀ ਮਾਂ ਨੂੰ ਸਮਰਪਿਤ ਹੈ। ਬਿਲਕੁਲ, ਕੋਈ ਦਿਨ ਕੀ, ਕੋਈ ਪਲ ਵੀ, ਕੋਈ ਘੜੀ ਹੈ ਹੀ ਨਹੀਂ ਮਾਂ ਬਿਨਾ, ਆਪਾਂ ਇਮੇਜਿਨ ਹੀ ਨਹੀਂ ਕਰ ਸਕਦੇ। ਹੁਣ ਸਕੂਲ ਜਾਣਾ ਆ, ਸਵੇਰ ਨੂੰ ਪਹਿਲਾਂ ਟਿਫਨ ਪੈਕ ਕਰਨਾ ਆ, ਫਿਰ ਬੱਚੇ ਨੇ ਘਰ ਆਉਣਾ, ਟਿਫਨ ਚੈੱਕ ਕਰਨਾ, ਰੋਟੀ ਖਾਧੀ ਕਿ ਨਹੀਂ ਖਾਧੀ, ਹਨਾ, ਤੇਰੀ ਡਰੈਸ ਪ੍ਰੈਸ ਆ, ਤੇਰਾ ਸਾਰਾ ਕੁਝ ਤਿਆਰ ਕੀਤਾ ਪਿਆ ਆ। ਇਹ ਸਭ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਬਚਪਨ ਤੋਂ। ਸ਼ਾਇਦ ਤਾਂ ਹੀ ਮਾਂ ਨੂੰ ਪਹਿਲਾ ਗੁਰੂ ਕਹਿੰਦੇ, ਜਿਹੜੀ ਉਹਨੂੰ ਸਿਖਾਉਂਦੀ ਕਿੱਦਾਂ ਰਹਿਣਾ ਸਹਿਣਾ ਤੂੰ। ਬਿਲਕੁਲ, ਬੱਚੇ ਦੇ ਜੀਵਨ ਦੇ ਵਿੱਚ ਜਿਹੜੀ ਪਹਿਲੀ ਗੁਰੂ ਹੈ ਉਹ ਮਾਂ ਹੈ। ਨਿੱਕੇ ਨਿੱਕੇ ਲਫ਼ਜ਼ਾਂ ਦੇ ਨਾਲ ਤੋਤਲੀਆਂ ਬੋਲੀਆਂ ਸਿਖਾਉਂਦੀ ਹੈ, ਹੌਲੀ ਹੌਲੀ ਉਹਨੂੰ ਖੜੇ ਹੋਣਾ ਸਿਖਾਉਂਦੀ, ਫਿਰ ਹੱਥ ਫੜ ਕੇ ਉਹਨੂੰ ਚੱਲਣਾ ਸਿਖਾਉਂਦੀ। ਯਾਨੀ ਕਿ ਪਲ ਪਲ ਦੇ ਉੱਤੇ ਮਾਂ ਹੀ ਉਹਦੀ ਗੁਰੂ ਹੈ। ਔਰ ਤਾਈਓ ਤਾਂ ਆਪਾਂ ਜਿਹੜੇ ਵੀ ਇਲਾਕੇ 'ਚ ਰਹਿੰਦੇ ਆ, ਜਿਹੜੇ ਵੀ ਮਤਲਬ ਏਰੀਆ 'ਚ ਰਹੀਏ, ਤਾਂ ਅਸੀਂ ਉੱਥੇ ਦੀ ਬੋਲੀ ਨੂੰ ਵੀ ਤਾਂ ਕਹਿੰਦੇ ਆ ਮਾਂ ਬੋਲੀ, ਭਈ ਜਿਹੜੀ ਮਾਂ ਤੋਂ ਸਿੱਖੀ ਸੀਗੀ। ਔਰ ਦੇਖੋ, ਭਾਵੇਂ ਬੱਚਾ ਵੱਡਾ ਹੋ ਕੇ ਜਰਮਨ ਪੜ੍ਹ ਜਾਵੇ, ਅੰਗਰੇਜ਼ੀ ਪੜ੍ਹ ਜਾਵੇ, ਚਾਹੇ ਫ੍ਰੈਂਚ ਵੀ ਪੜ੍ਹ ਜਾਵੇ, ਲੇਕਿਨ ਜਿਹੜੀ ਉਹਦੀ ਮਾਂ ਬੋਲੀ ਹੈ ਉਹਦੇ ਰੋਮ ਰੋਮ 'ਚ ਬਹਿੰਦੀ ਹੈ। ਔਰ ਉਹ ਬੋਲੀ ਨਾ ਤਾਂ ਉਹ ਕਦੀ ਭੁੱਲਦਾ ਹੈ ਤੇ ਨਾ ਉਹ ਭੁੱਲਣਾ ਚਾਹੁੰਦਾ ਹੈ। ਰਾਦਰ ਮੈਂ ਤਾਂ ਮਹਿਸੂਸ ਕਰਦੀ ਹਾਂ, ਜਦੋਂ ਵੀ ਕਿਤੇ ਆਪਾਂ ਅਨੌਪਚਾਰਿਕ ਰੂਪ 'ਚ ਗੱਲਬਾਤ ਕਰੀਏ ਤੇ ਆਪਾਂ ਬੜੇ ਕੰਫਰਟੇਬਲ ਹੁੰਦੇ ਆ ਜੇ ਆਪਣੀ ਪੰਜਾਬੀ ਮਾਂ ਬੋਲੀ 'ਚ ਕਰੀਏ। ਬਿਲਕੁਲ। ਔਰ ਦੂਸਰਾ ਇਹ ਹੈ ਕਿ ਵੀ ਮਾਂ ਬੱਚੇ ਦੀ ਗੁਰੂ ਹੈ, ਕਿਉਂਕਿ ਮਾਂ ਉਹਨੂੰ ਹਰ ਕਦਮ ਕਦਮ ਤੇ ਗਲਤ ਸਹੀ ਦੀ ਪਹਿਚਾਣ ਕਰਾਉਂਦੀ ਹੈ, ਉਸ ਨੂੰ ਸੱਚ ਝੂਠ ਦੀ ਪਰਖ ਕਰਨਾ ਸਿਖਾਉਂਦੀ ਹੈ, ਔਰ ਉਸ ਨੂੰ ਸਹੀ ਮਾਰਗ ਤੇ ਚੱਲਣਾ ਸਿਖਾਉਂਦੀ ਹੈ। ਔਰ ਹਰ ਕਦਮ ਤੇ ਬੱਚੇ ਨੂੰ ਰੋਕਣ ਟੋਕਣ ਦਾ ਕੰਮ ਜਿਹੜਾ ਉਹ ਮਾਂ ਕਰਦੀ ਹੈ। ਬਿਲਕੁਲ, ਹੈ ਨਾ। ਤਾਈਓ ਜਾਂ ਸਾਡੀ ਜਿਹੜੀ ਮਨੂ ਸਮ੍ਰਿਤੀ ਦੇ ਵਿੱਚ ਦੂਸਰੇ ਅਧਿਆਇ 'ਚ 145ਵੇਂ ਸ਼ਲੋਕ ਦੇ ਵਿੱਚ ਲਿਖਿਆ ਹੋਇਆ ਕਿ ਜਿਹੜੀ ਇੱਕ ਆਚਾर्य ਮੀਨ ਟੀਚਰ ਜੀ, ਉਹ ਉਪਾਧਿਆਇ ਤੋਂ ਉਪਾਧਿਆਇ ਹੈਗਾ ਸਬ ਟੀਚਰ, ਜਿਹੜਾ ਕਲਾਸ 'ਚ ਸੈਕੰਡ ਨੰਬਰ ਤੇ, ਕਿ ਇੱਕ ਜਿਹੜਾ ਟੀਚਰ ਹੈ ਉਹ ਉਪਾਧਿਆਇ ਤੋਂ 10 ਗੁਣਾ ਜ਼ਿਆਦਾ ਆਦਰਨੀ ਹੈ ਜੀ, ਹੈ ਨਾ, ਸਾਡੇ ਸਤਿਕਾਰਯੋਗ ਹੈ। ਔਰ ਬਾਪ ਪਿਤਾ ਜਿਹੜਾ ਹੈ ਉਹ ਆਚਾर्य ਤੋਂ, ਟੀਚਰ ਤੋਂ 100 ਗੁਣਾ ਜ਼ਿਆਦਾ सम्माननीय है, इज्जत के काबिल है। और माँ एक पिता तो 1000 गुना ज्यादा इज्जत के योग है, वो सम्माननीय है, आदरणीय है। क्यों? क्योंकि माँ अपना सुख दुख छड्ड के, अपना आराम छड्ड के अपने बच्चे नूं पालदी है, अपना सारा समय अपने बच्चे नूं दिंदी है। ताइयों ते एक कवि ने लिखिया ना, नारी निंदा मत करो, नारी गुण की खान, नारी से पैदा हुए तुलसी सूर महान। और साडे गुरु साहब ने भी लिखिया, सो क्यों मंदा आखिए जित जम्मे राजा। यानी कि राजा या रंक कोई भी दुनिया दे वड्डे वड्डे प्रोफैसर यानी कि वकील जेड़े एक नाम ना खटदे, बिल्कुल धरती ते लियाउण वाली तां उहनां नूं उहनां दी मां ही है। कहंदे दुपट्टा महंगा होवे जां सस्ता फर्क नहीं पैंदा, ਜਦੋਂ ਮੇਰੀ ਮਾਂ ਉਸ ਨੂੰ ਲੈ ਲੈਂਦੀ ਹੈ ਤਾਂ ਉਹ ਦੁਪੱਟਾ ਕਰੋੜਾਂ ਅਰਬਾਂ ਦਾ ਹੋ ਜਾਂਦਾ ਹੈ। ਉਹ ਦੁਪੱਟਾ ਵੀ ਮੁਸਕਰਾਉਣ ਲੱਗ ਜਾਂਦਾ ਹੈ ਕਿਉਂਕਿ ਉਹ ਮੇਰੇ ਮਾਂ ਦੇ ਸਿਰ ਤੇ ਲਿਆ ਹੁੰਦਾ ਹੈ। ਅਸੀਂ ਧਰਤੀ ਨੂੰ ਵੀ ਮਾਂ ਕਹਿੰਦੇ ਆ, ਹਾਂ, ਤੇ ਮਾਂ ਦੀ ਤੁਲਨਾ ਵੀ ਧਰਤੀ ਨਾਲ ਕਰਦੇ ਆ। ਕੀ ਕਹੋਗੇ? ਹੈ ਹੀ ਹੈ ਜੀ। ਦੇਖੋ, ਇਹ ਧਰਤੀ ਸਾਡੀ ਜਨਮ ਭੂਮੀ, ਜਨਨੀ ਜਨਮ ਭੂਮੀ, ਜਨਮ ਭੂਮੀ ਸਾਨੂੰ ਖਾਣ ਲਈ ਅੰਨ ਫਲ ਫੁੱਲ, ਫਿਰ ਆਪਣੇ ਤਰ੍ਹਾਂ ਤਰ੍ਹਾਂ ਦੀਆਂ ਜੜੀ ਬੂਟੀਆਂ, ਜੋ ਅਨਾਜ ਜੋ ਸਾਡੀ ਪਾਲਣਾ ਲਈ ਚਾਹੀਦਾ, ਸਭ ਸਾਨੂੰ ਧਰਾ ਦਿੰਦੀ। ਤੇ ਸਾਡੀ ਮਾਂ ਵੀ ਇਸ ਧਰਤੀ ਦੇ ਸਮਾਨ, ਜੇ ਕਿਸੇ ਦਾ ਦਿਲ ਵਿਸ਼ਾਲ ਹੈ ਉਹ ਮਾਂ ਦਾ ਵੈ। ਔਰ ਮਾਂ ਹਰ ਮਤਲਬ ਦੁੱਖ ਤੋਂ ਪਰੇ ਰੱਖ ਕੇ
ਕਿਸੇ ਵੀ ਕਸ਼ਟ ਤੋਂ ਪਰੇ ਰੱਖ ਕੇ ਆਪਣੇ ਬੱਚੇ ਨੂੰ ਪਾਲਦੀ ਹੈ। ਔਰ ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ, ਜਈ ਧਰਾ ਤੇ ਅੰਨ ਤੇ ਜਈ ਮਾਂ ਤਈ ਸੰਤਾਨ। ਸਾਡੇ ਨਾਨੀਆਂ ਦਾਦੀਆਂ ਦੇ ਮੂੰਹੋਂ ਵੀ ਤੁਸੀਂ ਸੁਣਿਆ ਹੋਣਾ, ਜਈ ਕੋਕੋ ਤਏ ਬੱਚੇ, ਹੈ ਨਾ। ਕਿਉਂਕਿ ਬੱਚਿਆਂ ਦੇ ਵਿੱਚ ਮਾਂ ਦੇ ਵਿਚਾਰ, ਮਾਂ ਦੇ ਸੰਸਕਾਰ, ਮਾਂ ਦੀ ਜਿਹੜੀ ਬੋਲੀ, ਮਾਂ ਦਾ ਜਿਹੜਾ ਉਹਦਾ ਹੈ ਨਾ ਸੋਚ, ਉਹ ਹੌਲੀ ਹੌਲੀ ਬੱਚਿਆਂ 'ਚ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਔਰ ਇਸੇ ਕਰਕੇ ਹੀ ਜਿਹੜੀ ਮਾਂ ਹੈ ਉਸ ਦਾ ਵਿਅਕਤੀ ਦੇ ਹਿਰਦੇ 'ਚ ਵੀ ਔਰ ਸਾਰੇ ਸਮਾਜ ਦੇ ਵਿੱਚ ਵੀ ਇੱਕ ਨਿਵੇਕਲਾ ਜਿਹਾ ਸਥਾਨ ਹੈ, ਬੜਾ ਇੱਜ਼ਤ ਵਾਲਾ ਸਥਾਨ ਹੈ, ਬੜਾ ਸਨਮਾਨਜਨਕ ਸਮਾਨ ਹੈ। ਔਰ ਸਕੰਦ ਪੁਰਾਣ 'ਚ ਲਿਖਿਆ ਹੋਇਆ ਕਿ ਬਈ ਇੱਕ ਸੰਨਿਆਸੀ ਜਿਸਨੇ ਦੁਨੀਆ ਤਿਆਗ ਦਿੱਤੀ, ਉਹਨੂੰ ਤਾਂ ਦੂਸਰੇ ਮੱਥਾ ਟੇਕਦੇ ਆ, ਨਤਮਸਤਕ ਹੁੰਦੇ ਆ, ਪਰ ਜੇ ਜਨਮ ਦੇਣ ਵਾਲੀ ਮਾਂ ਉਹਦੇ ਸਾਹਮਣੇ ਆ ਜਾਵੇ ਤਾਂ ਆਪਣੀ ਮਾਂ ਦੇ ਸਾਹਮਣੇ ਨਤਮਸਤਕ ਹੁੰਦਾ, ਮੱਥਾ ਟੇਕਦਾ, ਕਿਉਂਕਿ ਮਾਂ ਉਹਦੀ ਜਨਨੀ ਹੈ। ਸੋ ਮਾਂ ਦਾ सम्मान ਹਰ ਇੱਕ ਦੇ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਹੈ, ਕਿਉਂਕਿ ਮਾਂ ਦਾ ਰੂਪ ਰੱਬ ਦਾ ਰੂਪ ਹੈ, ਧਰਾ ਤੇ ਲਿਆਉਣ ਵਾਲੀ ਸਾਨੂੰ ਸਾਡੀ ਮਾਂ ਹੈ। ਬਿਲਕੁਲ। ਸਕੂਲ ਤੋਂ ਆਏ ਆ, ਮੰਮੀ ਕਿੱਥੇ ਆ? ਹਾਂ, ਪਹਿਲਾ ਚਾਹੀਦਾ। ਤੇ ਦਾਦਾ ਦਾਦੀ, ਤੁਹਾਡੀ ਮਾਂ ਕਿੱਥੇ ਆ? ਸਾਡੀ ਰੋਟੀ ਦਾ ਟਾਈਮ ਹੋ ਗਿਆ। ਹਾਂ ਬਿਲਕੁਲ। ਡੈਡੀ ਜੀ ਆਉਣਗੇ, ਤੁਹਾਡੀ ਮੰਮੀ ਕਿੱਥੇ ਆ? ਮੇਰਾ ਚਾਹ ਪਾਣੀ ਤਿਆਰ ਕਰਾ ਦਿਓ। ਹਾਂ ਬਿਲਕੁਲ। ਕਿੱਥੇ ਆ ਸਾਡੀ ਨੌਂ? ਕਿੱਥੇ? ਸਾਰੀ ਦਿਹਾੜੀ ਸਾਰਾ ਟੱਬਰ ਮਾਂ ਨੂੰ ਹੀ ਲੱਭਦਾ ਰਹਿੰਦਾ। ਸ਼ਾਇਦ ਇਹਨਾਂ ਕਾਰਨਾਂ ਕਰਕੇ ਮਾਂ ਨੂੰ ਘਰ ਦਾ ਕੇਂਦਰ ਬਿੰਦੂ ਕਹਿੰਦੇ ਆ। ਬਿਲਕੁਲ ਬਰੁਣ ਜੀ, ਔਰਤ ਕਹਿ ਲੋ, ਮਾਂ ਕਹਿ ਲੋ, ਘਰ ਦਾ ਕੇਂਦਰ ਬਿੰਦੂ ਹੈ, ਸਾਰਾ ਧੁਰਾ ਹੈ। ਭਾਵੇਂ ਸਾਡਾ ਪੁਰਸ਼ ਪ੍ਰਧਾਨ ਸਮਾਜ ਹੈ ਜੀ, ਸਾਡੇ ਪਰਿਵਾਰਾਂ ਦੇ ਵਿੱਚ ਮੁਖੀਆ ਪਿਤਾ ਹੈ ਘਰ ਦਾ ਜੀ, ਪਰ ਮਾਂ ਦਾ ਇੱਕ ਨਿਵੇਕਲਾ ਸਥਾਨ ਹੈ। ਕਿਉਂਕਿ ਮਾਂ ਜਿਹੜੀ ਹੈ ਸਾਰੇ ਰਿਸ਼ਤਿਆਂ ਦੀ ਸਾਂਭ ਸੰਭਾਲ ਜੀ ਮਾਂ ਕਰਦੀ ਹੈ ਜੀ, ਸਾਰੇ ਪਰਿਵਾਰ ਨੂੰ ਬੰਨ ਕੇ ਮਾਂ ਰੱਖਦੀ ਹੈ ਜੀ। ਔਰ ਵਿਵੇਕਾਨੰਦ ਜੀ ਨੇ ਅਮਰੀਕਾ 'ਚ ਬੋਲਦੇ ਹੋਏ ਇੱਕ ਜਗ੍ਹਾ ਆਪਣੇ ਲੈਕਚਰ ਦੇ ਵਿੱਚ ਕਿਹਾ ਸੀਗਾ ਕਿ ਜਿਹੜੀ ਮਾਂ ਹੈ ਉਹ ਸਾਡੇ ਸਮਾਜ ਦਾ ਕੇਂਦਰ ਬਿੰਦੂ ਹੈ ਔਰ ਉਹ ਸਾਡਾ ਇੱਕ ਬਹੁਤ ਵੱਡਾ ਆਦਰਸ਼ ਹੈ ਜੀ। ਆਦਰਸ਼ ਕੀ ਹੈ? ਦੇਖੋ ਨਾ, ਜਿਹੜੀ ਮਾਂ ਚਰਿੱਤਰ ਹੈ, ਮਾਂ ਚਰਿੱਤਰ ਦੇ ਵਿੱਚ ਕਰੁਣਾ, ਮਮਤਾ, ਮਤਲਬ ਪਿਆਰ, ਸਨੇਹ, ਸਹਿਨਸ਼ੀਲਤਾ, ਤਿਆਗ ਉਹਦੇ 'ਚ ਇੰਨਾ ਜ਼ਿਆਦਾ ਹੈ ਕਿ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਆਦਰਸ਼ ਨਾਰੀ ਹੈ, ਇੱਕ ਆਦਰਸ਼ ਰੂਪ ਹੈ। ਔਰ ਮੈਂ ਤਾਂ ਇਹ ਮਹਿਸੂਸ ਕੀਤਾ ਜੀ ਆਪਣੀ ਪਰਸਨਲ ਜ਼ਿੰਦਗੀ ਦੇ ਵਿੱਚ ਵੀ ਕਿ ਬਈ ਦੇਖੋ, ਪੜ੍ਹਾਈ ਕਰਦੀ ਸੀ ਮੈਂ, ਜਿਸ ਵੇਲੇ ਪੜ੍ਹਦੀ ਸੀ ਮੈਂ ਹਮੇਸ਼ਾ ਸਵੇਰੇ ਉੱਠ ਕੇ ਪੜ੍ਹਦੀ ਹਾਂ ਵੀ 4 ਵਜੇ ਉੱਠ ਕੇ ਪੜ੍ਹਨਾ, ਔਰ 4 ਵਜੇ ਉੱਠ ਕੇ ਬਰਸ਼ ਵੀ ਕਰ ਲੈਣਾ, ਮੂੰਹ ਮਾਂ ਵੀ ਧੋ ਲੈਣਾ, ਪੜ੍ਹਨ ਵੀ ਬਹਿ ਜਾਣਾ, ਪਰ ਚਾਹ ਨਹੀਂ ਬਣਾਉਣੀ ਆਪਣੀ। ਉਹ ਮਾਂ ਨੂੰ ਹੀ ਜਗਾਣਾ ਬਈ ਮੰਮੀ ਚਾਹ ਦਿਓ। ਉਹਨਾਂ ਨੂੰ ਵੀ ਪਤਾ ਹੁੰਦਾ ਸੀ ਵੀ ਇਹਨੂੰ ਉੱਠ ਕੇ ਚਾਹ ਦੇਣੀ ਹੈ, ਇਹਦਾ ਟਾਈਮ ਵੇਸਟ ਹੋਣਾ ਹੈ ਜੀ। ਔਰ ਜੇ ਕਿਤੇ ਕੋਈ ਪੇਪਰ ਦੇਣਾ ਜੀ, ਕੋਈ ਮੈਂ ਮੇਰੀ ਕਿਤੇ ਕੋਈ ਇੰਟਰਵਿਊ ਹੈ, ਮੇਰਾ ਕਿਤੇ ਕੋਈ ਵਾਈਵਾ ਹੈ, ਮੈਂ ਬੜੇ ਇਮਤਿਹਾਨ ਲਾਈਫ 'ਚ ਦਿੱਤੇ ਹੈ, ਇੰਟਰਵਿਊਆਂ ਵੀ ਦਿੱਤੀਆਂ ਮੈਂ, ਪਹਿਲਾਂ ਆਪਣੀ ਮਾਂ ਦਾ ਆਸ਼ੀਰਵਾਦ ਲੈ ਕੇ ਜਾਣਾ। ਔਰ ਭਾਵੇਂ ਮੈਂ ਵਿਆਹੀ ਸੀ ਤਾਂ ਵੀ, ਵਿਆਹ ਦੇ ਬਾਅਦ PhDਆਂ ਕੀਤੀਆਂ, ਵਿਆਹ ਦੇ ਬਾਅਦ ਰੀਡਰ ਬਣੀ ਆ, ਪ੍ਰਿੰਸੀਪਲ ਬਣੀ ਆ, ਯਾਨੀ ਕਿ ਉਸ ਵੇਲੇ ਵੀ ਮੇਰੀ ਮਾਂ ਨੇ ਖੰਡ ਦੇ ਡੱਬੇ 'ਚੋਂ ਅਗਰ 4 ਦਾਣੇ ਕੱਢ ਕੇ ਮੇਰੀ ਤਲੀ ਤੇ ਧਰ ਕੇ ਉਹਨੇ ਕਹਿ ਦਿੱਤਾ ਵੀ ਜਾ ਤੇਰਾ ਕੰਮ ਹੋ ਗਿਆ, ਤੇ ਮੇਰਾ ਆਤਮ ਬਲ ਹੋਰ ਵੀ ਵੱਧ ਜਾਂਦਾ ਸੀ ਵੀ ਹੁਣ ਕੰਮ ਹੋ ਗਿਆ। ਯਾਨੀ ਇਹ ਹੈ ਕਿ ਜਿਹੜਾ ਮਾਂ ਦਾ ਆਸ਼ੀਰਵਾਦ ਹੈ ਉਹ ਇੱਕ ਐਸੀ ਤੁਹਾਨੂੰ ਤਾਕਤ ਅੰਦਰੋਂ ਦੇ ਦਿੰਦਾ ਕਿ ਬਈ ਹੁਣ ਸਾਰੀ ਕਾਇਨਾਤ ਮੇਰੇ ਨਾਲ ਹੈ। ਔਰ ਇਸੇ ਤਰ੍ਹਾਂ ਹੀ ਜੇ ਕੋਈ ਦੁੱਖ ਆ ਜਾਵੇ ਤੇ ਤਾਂ ਵੀ ਮਾਂ ਨੂੰ ਕਹਿਣਾ ਮੇਰੇ ਲਈ ਪ੍ਰੇਅਰ ਕਰਿਓ, ਮੇਰੇ ਲਈ ਆਹ ਸਮੱਸਿਆ ਆ ਗਈ। ਅੱਜ ਮੇਰੇ ਬੱਚੇ ਵੀ ਇਦਾਂ ਹੀ ਕਰਦੇ ਆ, ਬਾਹਰ ਹੈ ਦੂਜੀ ਥਾਂ ਤੇ ਨੇ, ਜੇ ਕੋਈ ਸਮੱਸਿਆ ਆਵੇ ਉਹਨਾਂ ਫੋਨ ਕਰਕੇ ਕਹਿਣਾ ਅੱਜ ਮੇਰੀ ਆਹ ਪ੍ਰੋਬਲਮ ਹੈ ਮੰਮੀ, ਮੇਰੇ ਲਈ ਪ੍ਰੇ ਕਰਿਓ, ਔਰ ਮੈਂ ਵੀ ਸਭ ਕੁਝ ਛੱਡ ਕੇ ਉਹਨਾਂ ਲਈ ਪ੍ਰਾਰਥਨਾ। ਬਿਲਕੁਲ, ਇਹ ਮੈਂ ਇਸੇ ਗੱਲ 'ਚੋਂ ਮੇਰਾ ਸਵਾਲ ਬਣ ਰਿਹਾ ਕਿ ਆਮ ਤੌਰ ਤੇ ਦੇਖਣ 'ਚ ਆਉਂਦਾ ਆਪਾਂ ਘਰਾਂ ਦੇ ਵਿੱਚ ਕੋਈ ਵੀ ਦਿੱਕਤ ਆਉਂਦੀ ਹੈ ਛੇਤੀ ਨਾ ਮਾਂ ਨੂੰ ਫੋਨ ਤੇ ਦੱਸਦੇ ਆ, ਖਾਸ ਤੌਰ ਤੇ ਜਦੋਂ ਕੋਈ ਚੀਜ਼ ਚਾਹੀਦੀ ਹੁੰਦੀ ਹੈ ਆਪਾਂ ਨੂੰ ਜ਼ਿੰਦਗੀ 'ਚ ਬਹੁਤ ਵੱਡੇ ਮਤਲਬ ਕਿ ਮੁਸ਼ਕਲ ਦੇ ਵਿੱਚ ਫਸੇ ਹੋਏ ਆ, ਆਪਾਂ ਕਹਿੰਦਾ ਮਾਂ ਮੇਰੇ ਲਈ ਅਰਦਾਸ ਕਰਿਓ, ਅਰਦਾਸ ਕਰਿਓ। ਅਸੀਂ ਆਪਣੀ ਅਰਦਾਸ ਵੀ ਆਪਣੀ ਮਾਂ ਦੇ ਕੋਲੋਂ ਕਰਾਉਂਦੇ ਆ ਜਿਸ ਨੂੰ ਅਸੀਂ ਆਪਣਾ ਰੱਬ ਮੰਨਦੇ ਆ। ਤੇ ਕਈ ਵਾਰੀ ਮਾਂ ਨੂੰ ਗੱਲ ਦੱਸਦਿਆਂ ਇਦਾਂ ਲੱਗਦਾ ਹੈ ਕਿ ਸਾਰਾ ਭਾਰ ਹੌਲਾ ਹੋ ਗਿਆ, ਸਾਰੀ ਟੈਨਸ਼ਨ ਹੀ ਖਤਮ ਹੋ ਗਈ। ਮਾਂ ਰੱਬ ਦਾ ਰੂਪ, ਬਾਰ-ਬਾਰ ਮਾਂ ਨੂੰ ਰੱਬ ਦਾ ਦਰਜਾ ਦੇਣਾ ਕੋਈ ਨਿੱਕੀ ਜੀ ਗੱਲ ਤਾਂ ਨਹੀਂ। ਬਿਲਕੁਲ, ਕਿਉਂਕਿ ਦੇਖੋ ਨਾ, ਮਾਂ ਨੇ ਜਿਹੜੀ ਮਾਂ ਦਾ ਪਿਆਰ ਹੈਗਾ ਸਵਾਰਥ ਰਹਿਤ,
ਜੀ ਮਾਂ ਦਾ ਪਿਆਰ ਹੈਗਾ ਸ਼ਰਤ ਰਹਿਤ। ਉਹਨੇ ਕਿਸੇ ਸ਼ਰਤ ਨਾਲ ਪਿਆਰ ਨਹੀਂ ਕਰਨਾ। ਉਹਨੇ ਜੇ ਪ੍ਰੇਅਰ ਬੱਚੇ ਨੇ ਕਹਿ ਦਿੱਤਾ, ਉਹਨੇ ਸਾਰੀ ਦਿਹਾੜੀ ਸਭ ਕੁਝ ਛੱਡ ਕੇ ਉਹ ਆਪਣੇ ਬੱਚੇ ਲਈ ਪ੍ਰੇ ਕਰਨੀ ਹੈ। ਔਰ ਜਿਹੜੀ ਖੁਸ਼ੀ ਮਾਂ ਨੂੰ ਬੱਚੇ ਦੀ ਉન્નਤੀ ਤੇ ਤਰੱਕੀ ਤੇ ਮਿਲਦੀ ਹੈ, ਔਰ ਕਿਸੇ ਹੋਰ ਸ਼ਖਸ ਨੂੰ ਨਹੀਂ ਮਿਲਦੀ। ਦੇਖੋ ਮੈਂ ਜੀਵਨ ਦੇ ਵਿੱਚ ਇੰਨੇ ਅਵਾਰਡ ਲਏ, ਮੇਰੇ ਪਤੀ ਡਾਕਟਰ ਸਾਹਿਬ ਨੇ ਵੀ ਬਹੁਤ ਸਾਰੇ ਅਵਾਰਡ ਲਏ, ਪਰ ਜਿਸ ਦਿਨ ਮੇਰੇ ਪੁੱਤਰ ਨੂੰ, ਮੇਰੇ ਬੇਟੇ ਨੂੰ ਪ੍ਰਾਈਮ ਮਿਨਿਸਟਰ ਅਵਾਰਡ ਮਿਲਿਆ ਦਿੱਲੀ ਦੇ ਵਿੱਚ, ਉਹ ਮੇਰਾ ਐਸਾ ਖੁਸ਼ੀ ਦਾ ਪਲ ਹੈ ਕਿ ਜਿਹਨੂੰ ਮੈਂ ਅੱਜ ਵੀ ਇੰਨੇ ਸਾਲਾਂ ਬਾਅਦ ਵੀ ਮਹਿਸੂਸ ਕਰਦੀ ਹਾਂ। ਸੋ ਮਤਲਬ ਇਹ ਹੈ ਕਿ ਜਿਹੜੀ ਬੱਚਿਆਂ ਦੀ ਖੁਸ਼ੀ ਹੈ ਉਹ ਕੇਵਲ ਮਾਂ ਵਾਸਤੇ ਬਹੁਤ ਜ਼ਿਆਦਾ ਹੈ, ਔਰ ਮਾਂ ਹਰ ਵੇਲੇ ਬੱਚਿਆਂ ਦੀ ਉન્નਤੀ ਤਰੱਕੀ, ਕਿ ਉਹਨਾਂ ਦੀ ਮਤਲਬ ਭਾਵੇਂ ਉਹ ਸੰਸਾਰਿਕ ਤਰੱਕੀ ਹੈ, ਭਾਵੇਂ ਉਹਨਾਂ ਦੀ ਐਕੈਡੈਮਿਕ ਤਰੱਕੀ ਹੈ, ਭਾਵੇਂ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਤਰੱਕੀ ਹੈ, ਮਾਂ ਹਰ ਵੇਲੇ ਪ੍ਰੇ ਕਰਦੀ ਹੈ ਪਰਮਾਤਮਾ ਜਿੱਥੇ ਵੀ ਰਹਿਣ ਉਹਨਾਂ ਨੂੰ ਖੁਸ਼ ਰੱਖੀ, ਉਹਨਾਂ ਨੂੰ ਆਬਾਦ ਰੱਖੀ, ਉਹ ਉન્નਤੀ ਤਰੱਕੀ ਕਰਦੇ ਰਹਿਣ। ਇਸੇ ਕਰਕੇ ਹੀ ਮਾਂ ਨੂੰ ਈਸ਼ਵਰ ਦਾ ਰੂਪ ਮੰਨਿਆ ਗਿਆ। ਭਈ ਧਰਤੀ ਦੇ ਉੱਤੇ ਜੇ ਕੋਈ ਜੀਵੰਤ ਪਰਮਾਤਮਾ ਹੈ, ਜੇ ਕੋਈ ਜਿੰਦਾ ਜਾਗਦਾ ਪਰਮਾਤਮਾ ਦਾ ਰੂਪ ਹੈ, ਤਾਂ ਉਹ ਮੇਰੀ ਮਾਂ ਹੈ। ਜੀ ਬਿਲਕੁਲ, ਗੱਲ ਬਹੁਤ ਵਧੀਆ ਚੱਲ ਰਹੀ ਹੈ। ਸਾਡੇ ਨਾਲ ਅੱਜ ਬਣੇ ਹੋਏ ਨੇ ਡਾਕਟਰ ਊਸ਼ਾ ਕਪੂਰ ਜੀ, ਜੋ ਕਿ ਰਿਟਾਇਰਡ ਪ੍ਰਿੰਸੀਪਲ ਨੇ, ਪਰ ਉਹ ਇੱਕ ਮਾਂ ਵੀ ਨੇ, ਇੱਕ ਬੱਚਾ ਵੀ ਨੇ ਆਪਣੀ ਮਾਂ ਦਾ। ਬਿਲਕੁਲ ਮਾਂ 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 ਮਤਲਬ ਮਾਂ ਵਰਗਾ ਕਣਸ਼ਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ। ਮੈਂ ਪ੍ਰੋਗਰਾਮ ਦੀ ਸ਼ੁਰੂਆਤ ਵੀ ਇੱਥੋਂ ਕੀਤੀ ਸੀ। ਕਹਿੰਦੇ ਨੇ ਕਿ ਮੇਰੀ ਮਾਂ ਦਾ ਜਿਹੜਾ ਪਹਾੜ ਜਿੱਡਾ ਆ, ਐਦਾਂ ਹਰੇਕ ਮੁਸ਼ਕਲ ਨੂੰ ਮੋਹਰੇ ਹੋ ਕੇ ਕਰਦੀ ਹੈ ਕਿ ਗੇਟ ਵੀ ਰਾਤ ਨੂੰ ਖੋਲਣ ਨਹੀਂ ਜਾਣ ਦਿੰਦੀ ਕਿਸੇ ਨੂੰ, ਮੈਂ ਖੋਲਦੀ ਆ। ਬੱਚੇ ਨੂੰ ਕਹਿ ਦਿੰਦੀ ਤੂੰ ਅੰਦਰ ਚੱਲ, ਗੇਟ ਤੇ ਕੀ ਪਤਾ ਕੌਣ ਆ, ਜੇ ਕੋਈ ਗੜਬੜੀ ਵੀ ਹੋ ਜਾਂਦੀ ਹੈ। ਪਰ ਜਿੱਦਾਂ ਹੀ ਮੈਨੂੰ ਬੁਖਾਰ ਚੜਦਾ ਨਾ, ਮੇਰੀ ਮਾਂ ਦਾ ਦਿਲ ਟੁੱਟ ਜਾਂਦਾ। ਮਾੜੀ ਜਿਹੀ ਮੇਰੇ ਸੱਟ ਲੱਗਦੀ ਆ, ਮੇਰੇ ਇੰਨਾ ਉਂਗਲੀ ਤੋਂ ਖੂਨ ਵਗਦਾ ਆ, ਮੇਰੀ ਮਾਂ ਪਿਘਲ ਜਾਂਦੀ ਆ। ਬਿਲਕੁਲ ਇੰਨੀ ਇਮੋਸ਼ਨਲ ਵੀ ਤਾਂ ਹੁੰਦੀ ਹੈ ਮਾਂ। ਬਹੁਤ ਮਾਂ ਦੀ ਜਿਹੜੀ ਫੀਲਿੰਗ ਹੈ ਨਾ ਜੀ, ਇਹ ਰਿਸ਼ਤਾ ਦਿਖਾਵੇ ਦਾ ਰਿਸ਼ਤਾ ਨਹੀਂ, ਇਹ ਆਂਦਰਾਂ ਦਾ ਰਿਸ਼ਤਾ ਹੈ। ਕਿਉਂਕਿ ਮਾਂ ਦੇ ਵਿੱਚੋਂ ਹੀ ਉਹ ਬੱਚਾ ਪੈਦਾ ਹੋਇਆ ਜੀ, ਉਹਦੇ ਸਰੀਰ ਦਾ ਇੱਕ ਹਿੱਸਾ ਹੈ। ਇਸ ਕਰਕੇ ਜਿਹੜਾ ਮਾਂ ਦਾ ਜੁੜਾਵ ਹੈ ਨਾ, ਮੈਂ ਤੁਹਾਨੂੰ ਪਹਿਲੇ ਕਿਹਾ, ਉਹ ਸ਼ਰਤ ਰਹਿਤ ਹੈ। ਉਹ ਕੋਈ ਸ਼ਰਤ ਨਹੀਂ, ਕੋਈ ਉਹਦੇ ਵਿੱਚ ਲੈਣ ਦੇਣ ਨਹੀਂ। ਸ਼ਾਇਦ ਤਾਂ ਹੀ ਤਿਆਗ ਦੀ ਮੂਰਤ ਕਹਿੰਦੇ ਆ। ਤਿਆਗ ਦੀ ਮੂਰਤ ਹੈ। ਹਰ ਵੇਲੇ ਮਾਂ ਨੇ ਦੇਣਾ ਹੀ ਹੈ, ਲੈਣਾ ਕੁਛ ਨਹੀਂ, ਕਿਉਂਕਿ ਮਾਂ ਦਾ ਰੋਲ ਹੀ ਐਸਾ ਹੈ। ਔਰ ਮੈਂ ਤਾਂ ਇਹ ਮਹਿਸੂਸ ਕੀਤਾ ਜੀ, ਇਹ ਕੁਦਰਤ ਵੱਲੋਂ ਹੀ ਹੋ ਜਾਂਦਾ। ਦੇਖੋ ਨਾ, ਇੱਕ ਚੁਲਬਲੀ ਜਿਹੀ ਕੁੜੀ ਜਿਹੜੀ ਆਪਣੇ ਮਾਂ ਦੇ ਘਰ ਛਲਾਂਗਾ ਮਾਰਦੀ ਫਿਰਦੀ ਹੈ, ਬੜੀ ਉਸ਼ਰਿੰਖਲ ਹੈ, ਜਿਉਂ ਹੀ ਉਹਦਾ ਵਿਆਹ ਹੁੰਦਾ ਉਹ ਬੜੀ ਸਮਝਦਾਰੀ ਨਾਲ ਬਿਹੇਵ ਕਰਨਾ ਸ਼ੁਰੂ ਕਰ ਦਿੰਦੀ ਹੈ, ਸੋਚ ਸਮਝ ਕੇ ਬੋਲਣਾ ਸ਼ੁਰੂ ਕਰ ਦਿੰਦੀ ਹੈ। ਔਰ ਜਿੱਦਣ ਮਾਂ ਬਣ ਗਈ ਉਦਣ ਹੀ ਬੜੀ ਜ਼ਿੰਮੇਵਾਰ। ਫਿਰ ਦੇਖੋ ਜੀ, ਨਾ ਉਹਨੂੰ ਨੀਂਦ ਦੀ ਪਰਵਾਹ, ਨਾ ਆਪਣੇ ਸੁੱਖ ਦੀ ਪਰਵਾਹ, ਨਾ ਕਿਤੇ ਆਪਣੇ ਆਰਾਮ ਦੀ ਪਰਵਾਹ। ਉਹ ਬੱਚੇ ਨੂੰ ਆਪਣਾ ਸਭ ਕੁਝ, ਤਨ ਮਨ ਸਭ ਕੁਝ ਦੇ ਕੇ ਉਹਨੂੰ ਪਾਲਦੀ ਹੈ। ਰਾਤਾਂ ਉਹਦੇ ਲਈ ਜਾਗਦੀ, ਰਾਤਾਂ ਨੂੰ ਉੱਠ ਉੱਠ ਉਹਨੂੰ ਪੁਚਕਾਰਦੀ, ਮਤਲਬ ਦੁਲਾਰਦੀ, ਉਹਨੂੰ ਸਵਾਂਦੀ। ਆਈ ਮੀਨ ਜਿਹੜੀ ਮਾਂ ਜਿਹੜੀ ਹੈ, ਉਹ ਮਾਂ ਦਾ ਮਤਲਬ ਹੀ ਹੈ, ਜਿਹੜਾ ਮਾਂ ਸ਼ਬਦ ਹੈ, ਚਾਹੇ ਉਹਨੂੰ ਮਾਂ ਕਹੋ, ਮਾਤਾ ਜੀ ਕਹੋ, ਚਾਹੇ ਮਾਤਰੀ ਸ਼ਬਦ ਕਹੋ, ਉਹਦਾ ਮਤਲਬ ਹੀ ਹੈ ਸਤਿਕਾਰਯੋਗ, ਆਦਰ ਨਹੀਂ ਹੈ। ਰਿਸ਼ੀਆਂ ਮੁਨੀਆਂ ਨੇ, ਈਵਨ ਜਿਨ੍ਹਾਂ ਨੂੰ ਅਸੀਂ ਆਪਣੇ ਅਵਤਾਰ ਮੰਨਦੇ ਹਾਂ, ਉਹਨਾਂ ਨੇ ਵੀ ਮਾਂ ਦਾ ਜਿਹੜਾ ਮਾਨ ਸਨਮਾਨ ਔਰ ਇੱਜ਼ਤ, ਉਹਦੀ ਮਹਿਮਾ ਸਾਨੂੰ ਸ਼ਾਸਤਰਾਂ ਵਿੱਚ ਮਿਲਦੀ ਹੈ। ਬਿਲਕੁਲ ਸਹੀ ਗੱਲ। ਕਹਿੰਦੇ ਕਿ ਮੈਨੂੰ ਬੁਖਾਰ ਚੜਿਆ ਤੇ ਮਾਂ ਨੇ ਮੈਨੂੰ ਸਾਰਾ ਕੁਝ ਮੰਜੇ ਤੇ ਹੀ ਦਿੱਤਾ। ਬਿਲਕੁਲ, ਸਵੇਰ ਤੋਂ ਲੈ ਕੇ ਰਾਤ ਤਾਈਂ, ਜਿੰਨੇ ਦਿਨ ਮੈਂ ਠੀਕ ਨਹੀਂ ਹੋਈ ਜਾਂ ਠੀਕ ਨਹੀਂ ਹੋਇਆ, ਮਾਂ ਨੇ ਮੇਰੀ ਸੇਵਾ ਕੀਤੀ। ਫਿਰ ਮਾਂ ਨੂੰ ਬੁਖਾਰ ਚੜਿਆ। ਮੈਂ ਕਿਹਾ ਮੰਮੀ ਬਹਿ ਜਾ, ਤੈਨੂੰ ਬੁਖਾਰ ਚੜਿਆ ਆ, ਕਾਲੇ ਤੰਗ ਹੁੰਨੀ ਆ? ਨਹੀਂ ਨਹੀਂ, ਤੁਹਾਨੂੰ ਰੋਟੀ ਪਾਣੀ ਮੈਂ ਪਕਾ ਕੇ ਦੇਣਾ। ਬਿਲਕੁਲ, ਬੁਖਾਰ ਮੈਨੂੰ ਚੜੇ, ਮਾਂ ਨੂੰ ਚੜੇ, ਰੋਟੀ ਪਾਣੀ ਦੀ ਚਿੰਤਾ ਮਾਂ ਨੂੰ, ਕਿਤੇ ਮੇਰਾ ਟੱਬਰ ਨਾ ਦੁਖੀ ਹੋ ਜਾਏ। ਬਿਲਕੁਲ ਠੀਕ ਕਿਹਾ ਜੀ ਤੁਸੀਂ ਵਰੁਣ ਜੀ। ਮਾਂ ਰਿਸ਼ਤਾ ਹੀ ਐਸਾ ਹੈ ਜੀ। ਮੇਰੀ ਮਾਂ ਨੂੰ ਕੈਂਸਰ ਸੀ ਜੀ, ਬੁਖਾਰ 102-3। ਮੈਂ ਕਾਲਜ ਤੋਂ ਸਿੱਧੀ ਕਲਾਸਾਂ ਲੈਣ ਦੇ ਬਾਅਦ ਦੁਪਹਿਰ ਨੂੰ ਅਸੀਂ ਡਿਊਟੀ ਵੰਡੀ ਸੀ ਕਿ ਬਈ ਸਵੇਰੇ ਮੇਰੀ ਸਿਸਟਰ ਆਉਂਦੀ ਸੀ, ਫਿਰ ਮੇਰੀ ਭਾਬੀ ਸਕੂਲ ਜਾਂਦੀ ਸੀ, ਉਹ ਵੀ ਲੈਕਚਰਰ, ਔਰ ਦੁਪਹਿਰ ਨੂੰ ਜਦੋਂ ਮੈਂ ਪਹੁੰਚਦੀ ਸੀ ਤਾਂ ਆਪਣੇ ਕਾਲਜ ਦੇ ਵਿੱਚ ਲੈਕਚਰ ਲੈ ਕੇ ਜੀ, ਮੈਂ ਉਹਨਾਂ ਦੀ ਸੇਵਾ ਲਈ ਉੱਥੇ ਜਾਣਾ। ਉਹਨਾਂ ਨੇ ਮੰਜੇ ਤੋਂ ਛਲਾਂਗ ਮਾਰ ਕੇ ਪਹਿਲੇ
ਰਸੋਈ 'ਚ ਮੇਰੀ ਚਾਹ ਬਣਾਉਣ ਤੁਰ ਪੈਣਾ। ਮੈਨੂੰ ਅੱਜ ਵੀ ਯਾਦ ਆ, ਮੇਰੀਆਂ ਅੱਖਾਂ 'ਚ ਪਾਣੀ ਆ ਜਾਂਦਾ ਜੀ ਕਿ ਮੈਂ ਕਹਿਣਾ ਵੀ ਮੈਂ ਤਾਂ ਤੁਹਾਡੇ ਲਈ ਆਈ ਆ। ਉਹਨਾਂ ਕਹਿੰਦਾ ਨਹੀਂ ਨਹੀਂ, ਤੂੰ ਥੱਕ ਕੇ ਆਈ ਹੈ, ਤੂੰ ਇੰਨਾ ਪੜ੍ਹਾ ਕੇ ਆਈ ਹੈ, ਪਹਿਲੇ ਚਾਹ ਦਾ ਕੱਪ ਪੀ ਲੈ ਫਿਰ ਮੇਰੀ ਸੇਵਾ ਕਰ। ਇਹ ਸਾਰੀਆਂ ਮਾਵਾਂ ਹੀ ਇਦਾਂ ਦੀਆਂ ਕਿਉਂ ਹੁੰਦੀਆਂ? ਉਹਨਾਂ ਨੂੰ ਇਦਾਂ ਲੱਗਦਾ ਕਿ ਨਿਆਣੇ ਥੱਕੇ ਹੋ ਆ। ਜਦੋਂ ਅਸੀਂ ਪੜ੍ਹਦੇ ਹੁੰਦੇ ਆ ਤੇ ਉਦੋਂ ਮਾਮਾ ਨੂੰ ਲੱਗਦਾ ਕਿ ਤੁਸੀਂ ਪੜ੍ਹ ਕੇ ਆਏ, ਤੁਸੀਂ ਤਾਂ ਥੱਕੇ ਹੋ ਆ। ਆਪ ਉਹ ਕੰਮ ਤੇ ਵੀ ਜਾਂਦੀਆਂ, ਆ ਕੇ ਘਰ ਦਾ ਕੰਮ ਵੀ ਕਰਦੀਆਂ, ਸਾਰਾ ਕੁਝ ਕਰਦੀਆਂ, ਫਿਰ ਮਾਮਾ ਨੂੰ ਲੱਗਣ ਲੱਗ ਪੈਂਦਾ ਨਹੀਂ ਹੁਣ ਤੁਸੀਂ ਕੰਮ ਤੋਂ ਆਏ ਆ, ਮੈਂ ਤਾਂ ਘਰੇ ਹੀ ਆ। ਮਾਮਾ ਨੂੰ ਇਦਾਂ ਲੱਗਦਾ ਕਿ ਨਿਆਣੇ ਹੀ ਥੱਕਦੇ ਆ, ਉਹ ਨਹੀਂ ਥੱਕਦੀਆਂ। ਪਰ ਸਮੇਂ ਨਾਲ ਬਹੁਤ ਕੁਝ ਬਦਲਿਆ। ਨਹੀਂ ਬਦਲਿਆ ਤਾਂ ਮਾਮਾ ਕੰਮ ਵੀ ਕਰਨ ਲੱਗ ਗਈਆਂ ਕਿਉਂਕਿ ਵਰਕਿੰਗ ਵਿਮਨਸ ਹੋ ਗਈਆਂ ਹੁਣ, ਕੰਮਕਾਜੀ ਔਰਤਾਂ। ਕੀ ਮਾਂ ਦੇ ਰਿਸ਼ਤੇ 'ਚ ਇਸ ਕੰਮਕਾਜੀ ਕਲਚਰ ਦੇ ਨਾਲ ਕੋਈ ਫਰਕ ਆਇਆ? ਨਹੀਂ ਦੇਖੋ, ਜਿੱਥੇ ਤੱਕ ਮਾਂ ਦੇ ਦਿਲ ਦੀ ਗੱਲ ਹੈ, ਭਾਵਨਾਵਾਂ ਦੀ ਗੱਲ ਹੈ, ਉਹਦੀ ਜਿਹੜੀ ਅੰਦਰ ਦੇ ਮਦਰਹੁੱਡ ਦੀ ਗੱਲ ਹੈ, ਉਹਦੇ 'ਚ ਕਦੀ ਕੋਈ ਫਰਕ ਨਹੀਂ ਆਉਂਦਾ। ਹਾਂ ਇੰਨਾ ਜ਼ਰੂਰ ਹੈ ਕਿ ਕੰਮਕਾਜੀ ਮਾਂ ਅੱਜ ਕਿਉਂਕਿ ਘਰ ਦੇ ਵਾਸਤੇ ਕਮਾਉਣ ਜਾਂਦੀ ਹੈ ਤਾਂ ਨੈਚੁਰਲੀ ਉਹਦਾ ਕੁਝ ਸਮਾਂ ਜਿੱਥੇ ਵੀ ਨੌਕਰੀ ਕਰੇਗੀ ਦੇਣਾ ਤਾਂ ਪਏਗਾ, ਔਰ ਉਹ ਸਮਾਂ ਜਿਹੜਾ ਹੈ ਬੱਚਿਆਂ ਦੇ ਸਮੇਂ ਚੋਂ ਕੱਟਿਆ ਜਾਂਦਾ, ਯਾਨੀ ਕਿ ਉਹ ਥੋੜਾ ਘੱਟ ਸਮਾਂ ਦੇ ਪਾਉਂਦੀ ਹੈ। ਪਰ ਇਹ ਵੀ ਤਾਂ ਹੈ ਕਿ ਜੇ ਉਹ ਪੜ੍ਹੀ ਲਿਖੀ ਹੈ, ਸ਼ਿਕਸ਼ਿਤ ਹੈਗੀ ਹੈ, ਪੈਰਾਂ ਤੇ ਖੜੀ ਹੈ, ਤਾਂ ਆਪਣੀ ਔਲਾਦ ਨੂੰ ਵੀ ਉਸੇ ਤਰ੍ਹਾਂ ਨਾਲ ਬਣਾਏਗੀ, ਉਸੇ ਤਰ੍ਹਾਂ ਨਾਲ ਸੇਧ ਦੇਏਗੀ। ਔਰ ਇੱਕ ਜਿਹੜੀ ਪੜ੍ਹੀ ਲਿਖੀ ਮਾਂ ਹੈ, ਮੈਂ ਇਹ ਸਮਝਦੀ ਹਾਂ ਉਹ ਬੱਚਿਆਂ ਦੇ ਵਾਸਤੇ ਵਰਦਾਨ ਹੈ। ਬਿਲਕੁਲ, ਕਿਉਂਕਿ ਉਹਨੇ ਬੱਚਿਆਂ ਨੂੰ ਹਰ ਸਹੀ ਗਲਤ ਦੇ ਉੱਤੇ ਉਹਨਾਂ ਨੂੰ ਸਹੀ ਮਾਰਗ ਦਿਖਾਣਾ ਹੈ, ਔਰ ਉਹਨਾਂ ਨੂੰ ਸੇਧ ਦੇਣੀ ਹੈ ਕਿ ਕਿਸ ਰਸਤੇ ਤੇ ਜਾਣ, ਕਿਹੜੀ ਪੜ੍ਹਾਈ ਕਰਨ। ਉਹ ਇਹ ਵੀ ਪਹਿਚਾਨ ਲੈਂਦੀ ਹੈ ਕਿ ਇਸ ਮੇਰੇ ਬੱਚੇ ਦੇ ਵਿੱਚ ਕਿਹੜਾ ਗੁਣ ਹੈ। ਮਤਲਬ ਪੜ੍ਹੀ ਲਿਖੀ ਮਾਂ ਹੋਣ ਦਾ ਫਾਇਦਾ। ਪੜ੍ਹੀ ਲਿਖੀ ਜਿਹੜੀ ਮਾਂ ਹੈ ਨਾ ਜੀ, ਠੀਕ ਹੈ, ਕੰਮਕਾਜੀ ਕਰਦੀ ਹੈ, ਕੰਮਕਾਜ ਕਰਦੀ ਹੈ, ਕੰਮ ਤੇ ਜਾਂਦੀ ਹੈ। ਅੱਜ ਮਤਲਬ ਅਸੀਂ ਵੀ ਸਾਰੀ ਉਮਰ ਨੌਕਰੀ ਕੀਤੀ ਹੈ, ਲੇਕਿਨ ਕਿਸੇ ਵੀ ਪੱਧਰ ਦੇ ਉੱਤੇ ਕਦੇ ਆਪਣੇ ਬੱਚਿਆਂ ਨੂੰ ਨਿਗਲੈਕਟ ਨਹੀਂ ਕੀਤਾ, ਔਰ ਨਾ ਕਦੇ ਇਹ ਕੋਸ਼ਿਸ਼ ਕੀਤੀ ਵੀ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਟਿਊਸ਼ਨ ਲਾ ਦਈਏ। ਮੈਂ ਖੁਦ ਪੜ੍ਹਾਉਂਦੀ ਸੀ ਆਪਣੇ ਬੱਚਿਆਂ ਨੂੰ, ਮੈਂ ਜਿੰਨੇ ਮਰਜ਼ੀ ਕੋਈ ਆ ਜਾਵੇ, ਕੋਈ ਚਲਾ ਜਾਵੇ, ਕੋਈ ਕੰਮ ਹੋਵੇ, ਬਟ ਮੇਰੇ ਬੱਚਿਆਂ ਦਾ ਹੋਮਵਰਕ, ਬੱਚਿਆਂ ਦਾ ਕੰਮ ਉਹ ਕਦੇ ਨਿਗਲੈਕਟ ਨਹੀਂ ਹੋਇਆ। ਸੋ ਮਾਂ ਜਿਹੜੀ ਹੈ ਨਾ, ਉਹ ਰੂਪ ਹੀ ਐਸਾ ਬੇਟਾ ਕਿ ਉਹ ਬੇਸ਼ੱਕ ਥੱਕੀ ਹੋਵੇ, ਕੰਮ ਤੋਂ ਆਈ ਹੋਵੇ, ਘਰ ਦਾ ਗੇਟ ਵੜਦੇ ਸਾਰ ਉਹਨੂੰ ਸਿਰਫ ਆਪਣੇ ਬੱਚੇ ਨਜ਼ਰ ਆਉਂਦੇ ਹੈ, ਔਰ ਉਹਨੇ ਨਜ਼ਰ ਆਉਂਦਾ ਕਿ ਬੱਚਿਆਂ ਦਾ ਉਹਨਾਂ ਦੇ ਕੰਮ, ਉਹਨਾਂ ਦਾ ਹੋਮਵਰਕ ਵੀ ਹੈ, ਉਹਨਾਂ ਦਾ ਕੱਲ ਦਾ ਵੀ ਉਹਨੇ ਨਾਲੋਂ ਨਾਲ ਪਲਾਨ ਕਰਨਾ ਵੀ ਬੱਚਿਆਂ ਨੂੰ ਸਵੇਰੇ ਵੀ ਸਕੂਲ ਤੋਰਨਾ ਹੈ, ਸਵੇਰੇ ਵੀ ਉਹਨਾਂ ਦੀ ਯੂਨੀਫਾਰਮ ਹੈਗੀ ਕਿ ਨਹੀਂ। ਬਿਲਕੁਲ ਸਹੀ ਗੱਲ ਕੀਤੀ ਹੈ ਤੁਸੀਂ ਕਿ ਮਤਲਬ ਕਿ ਉਹੀ ਗੱਲ ਹੋ ਗਈ, ਸਵੇਰ ਤੋਂ ਲੈ ਕੇ ਰਾਤ ਤੱਕ, ਜੀਵਨ ਦੇ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਬੰਦੇ ਨੂੰ ਆਪਣੀ ਮਾਂ ਹੀ ਚੇਤੇ ਆਉਂਦੀ ਹੈ, ਚਾਹੇ ਜਿੱਦਾਂ ਦਾ ਮਰਜ਼ੀ ਪਲ ਹੋਵੇ, ਜਿੱਦਾਂ ਦੀ ਮਰਜ਼ੀ ਘੜੀ ਹੋਵੇ। ਜਦੋਂ ਮਾਂ ਦੀ ਗੱਲ ਚੱਲਦੀ ਹੈ, ਆਮ ਤੌਰ ਤੇ ਦੇਖਣ 'ਚ ਆਉਂਦਾ ਹੈ ਕਿ ਕਈ ਵਾਰੀ ਉਹਨੂੰ ਜਨਮ ਤਾਂ ਨਹੀਂ ਦਿੱਤਾ ਹੁੰਦਾ ਪਰ ਪਾਲਿਆ ਹੁੰਦਾ ਹੈ। ਜਨਮ ਦੇਣ ਵਾਲੀ ਮਾਂ ਬੇਸ਼ੱਕ ਇਸ ਦੁਨੀਆ 'ਚ ਨਹੀਂ ਰਹੀ, ਪਰ ਪਾਲਣ ਵਾਲੀ ਮਾਂ ਵੀ ਤਾਂ ਮਾਂ ਦਾ ਪੂਰਾ ਦਰਜਾ ਰੱਖਦੀ ਹੈ। ਬਿਲਕੁਲ ਜੀ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ। ਮੈਂ ਤਾਂ ਸਮਝਦੀ ਹਾਂ ਕਿ ਅਸਲੀ ਮਾਂ ਪਾਲਣ ਵਾਲੀ ਹੈ, ਕਿਉਂਕਿ ਇਹ ਠੀਕ ਹੈ ਕਿ ਨੌ ਮਾਂ ਜਦੋਂ ਅਸੀਂ ਗਰਭ 'ਚ ਰੱਖ ਕੇ ਬੱਚੇ ਨੂੰ ਦੁੱਖ ਸੁੱਖ ਸਹਿ ਕੇ ਬੱਚੇ ਨੂੰ ਜਨਮ ਦਿੰਦੇ ਹਾਂ, ਉਹ ਪੀੜਾ ਦੁਨੀਆ ਦੀ ਕੋਈ ਪੀੜਾ ਉਹਦਾ ਮੁਕਾਬਲਾ ਨਹੀਂ ਕਰਦੀ। ਪਰ ਫਿਰ ਵੀ ਜਿਹੜਾ ਪਲ ਪਲ ਬੱਚੇ ਨੂੰ ਪਾਲਣਾ, ਛੋਟੇ ਇੱਕ ਨਿੱਕੇ ਜਿਹੇ ਛੋਟੀ ਜਿਹੀ ਇੱਕ ਲੋਥੜਾ ਹੀ ਹੈ ਨਾ ਮਾਸ ਦਾ, ਜਿਹੜਾ ਜਿਹਨੂੰ ਕੁਛ ਨਹੀਂ ਪਤਾ, ਉਸ ਨੂੰ ਪਲ ਪਲ ਵੱਡਿਆਂ ਕਰਨਾ ਔਰ ਉਹਨੂੰ ਇੱਕ ਪੂਰਾ ਬਖੂਬੀ ਕਾਬਲ ਇਨਸਾਨ ਬਣਾਉਣਾ, ਉਹ ਪਾਲਣ ਦੇ ਵਿੱਚ ਹੀ ਆਉਂਦਾ। ਔਰ ਪਾਲਣ ਵਾਲੀ ਮਾਂ ਮੈਂ ਸਮਝਦੀ ਅਸਲੀ ਮਾਂ ਉਹੀ ਹੈ ਜਿਹੜੀ ਕਿ ਹਰ ਜਿਹੜੀ ਦੁੱਖ ਸੁੱਖ ਸਹਿ ਕੇ ਉਸ ਬੱਚੇ ਦੀ ਪਾਲਣਾ ਕਰਦੀ ਹੈ, ਔਰ ਉਹਨੂੰ ਸਹੀ ਸੇਧ ਦਿੰਦੀ ਹੈ, ਉਹਨੂੰ ਸਹੀ ਦਿਸ਼ਾ ਦਿੰਦੀ ਹੈ, ਉਹਦਾ ਮਾਰਗ ਜਿਹੜਾ ਪ੍ਰਸ਼ਸਤ ਕਰਦੀ ਹੈ, ਔਰ ਉਹਨੂੰ ਆਪਣੇ ਰਾਸ਼ਟਰ ਦੇ ਹਿੱਤ ਵਾਸਤੇ, ਰਾਸ਼ਟਰ ਦੀ ਸੇਵਾ ਲਈ ਤਿਆਰ ਕਰਦੀ ਹੈ, ਤਾਂ ਕਿ ਉਹ ਵੀ ਕੱਲ ਨੂੰ ਇਸ ਸਮਾਜ ਦਾ ਇੱਕ ਜ਼ਿੰਮੇਵਾਰ ਨਾਗਰਿਕ ਬਣ ਸਕੇ। ਡਾਕਟਰ ਊਸ਼ਾ ਕਪੂਰ ਜੀ, ਟਾਈਮ ਸਾਡੇ ਕੋਲ ਘੱਟ ਹੈ, ਬਹੁਤ ਸਾਰੀਆਂ ਗੱਲਾਂ ਕੀਤੀਆਂ ਮਾਂ ਦੇ ਮਹੱਤਵ ਦੇ ਉੱਤੇ। ਆਪਾਂ ਜਾਂਦੇ ਹੋਏ ਤੁਹਾਡੇ ਤੋਂ ਸੰਦੇਸ਼ ਜ਼ਰੂਰ ਲੈਣਾ ਚਾਹਾਂਗੇ ਕਿ ਕੀ ਸੰਦੇਸ਼ ਦਓਗੇ ਉਹਨਾਂ ਬੱਚਿਆਂ ਨੂੰ, ਉਹਨਾਂ ਮਾਵਾਂ ਦੇ ਲਈ ਜਾਂ ਉਹਨਾਂ ਮਾਵਾਂ ਨੂੰ? ਦੇਖੋ ਜੀ, ਬੱਚਿਆਂ ਵਾਸਤੇ ਤਾਂ ਮੈਂ ਇਹ ਕਹੂੰਗੀ ਕਿ ਜਿਵੇਂ ਮਾਂ ਆਪਣਾ ਸੁੱਖ ਆਰਾਮ, ਆਪਣਾ ਸਭ ਕੁਝ ਤਿਆਗ ਕੇ ਬੱਚਿਆਂ ਵਾਸਤੇ ਆਪਣਾ ਸਮਾਂ, ਆਪਣੀ ਐਨਰਜੀ, ਆਪਣਾ ਸਰੀਰ ਕੁਰਬਾਨ ਕਰਦੀ ਹੈ, ਬੱਚਿਆਂ ਨੂੰ ਵੀ ਤਾ ਉਮਰ ਮਾਂ ਦੇ ਪ੍ਰਤੀ ਵਫਾਦਾਰ ਰਹਿਣਾ ਚਾਹੀਦਾ ਜੀ। ਕਿ ਇਹ
ਵੂਮਨ ਡੇ ਜਿੱਥੇ ਦੇਖੋ ਵੈਸਟ ਦੇ ਵਿੱਚ ਵੀ ਬੱਚੇ ਜਿੱਥੇ ਵੱਖੋ ਵੱਖ ਰਹਿੰਦੇ ਨੇ, ਜੀ। ਮਾਂ-ਬਾਪ ਦੇ ਨਾਲ ਨਹੀਂ ਰਹਿੰਦੇ, ਫੇਰ ਵੀ ਉਹ ਇੱਕ ਦਿਨ ਮਾਂ ਨੂੰ ਜ਼ਰੂਰ ਜਾਂਦੇ ਨੇ ਜੀ। ਕਿ ਬਈ ਇਹ ਇੱਕ ਹੀ ਹੈ ਨਾ ਕਿ ਬਈ ਈਅਰਲੀ ਹਰ ਸਾਲ ਯਾਦ ਕਰਵਾਣਾ ਜੀ। ਕਿ ਬਈ ਮੈਨੂੰ ਜਨਨੀ, ਮੈਨੂੰ ਜਨਮ ਦੇਣ ਵਾਲੀ ਇੱਕ ਮਾਂ ਹੈ। ਸੋ ਕਮ ਸੇ ਕਮ ਇੱਕ ਮਾਂ ਨੂੰ ਧੰਨਵਾਦ ਕਹਿਣਾ, ਥੈਂਕਸ ਕਹਿਣਾ, ਉਹਨੂੰ ਇੱਕ ਛੋਟਾ ਜਿਹਾ ਕੋਈ ਉਹਨੂੰ ਲੈਣ ਦੀ ਕੋਈ ਆਸ ਨਹੀਂ ਜੀ। ਹੁੰਦੀ, ਪਰ ਇਹ ਇੱਕ ਫੀਲਿੰਗ ਦਾ ਰਿਸ਼ਤਾ ਹੈ ਕਿ ਉਹਦੇ ਪ੍ਰਤੀ ਧੰਨਵਾਦ ਕਹਿਣ ਦਾ ਤਰੀਕਾ ਹੈ, ਬਿਲਕੁਲ ਜੀ, ਕਰਨਾ ਚਾਹੀਦਾ। ਬਿਲਕੁਲ ਧੰਨਵਾਦ ਕਰਨਾ ਚਾਹੀਦਾ ਹੈ ਮਾਂ ਦਾ। ਔਰ ਬਹੁਤ ਸਾਰੀ ਗੱਲਬਾਤ ਕੀਤੀ ਡਾਕਟਰ ਊਸ਼ਾ ਕਪੂਰ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪਿਆਰੇ ਦਰਸ਼ਕੋ, ਤੁਹਾਡਾ ਵੀ ਸ਼ੁਕਰੀਆ।